ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ। ਦੋਸਤੋ, ਆਪਾਂ ਜਾਣਦੇ ਹਾਂ ਕਿ ਕਿਸਾਨ ਸੰਘਰਸ਼ ਦੇ ਵਿੱਚ ਕਈ ਕਿਸਮ ਦੇ ਨਵੇਂ ਮੋੜ ਆ ਰਹੇ ਆ। ਲੰਘੇ ਕੱਲ ਤੋਂ ਜਿਸ ਤਰੀਕੇ ਦੇ ਨਾਲ ਕਈ ਤਰ੍ਹਾਂ ਦੀਆਂ ਖਬਰਾਂ ਸੋਸ਼ਲ ਮੀਡੀਆ ਦੇ ਉੱਤੇ ਤੈਰ ਰਹੀਆਂ ਜਾਂ ਉੱਦਾਂ ਵੀ ਅਖਬਾਰਾਂ ਦੇ ਵਿੱਚ ਜਾਂ ਕਹਿ ਦਈਏ ਆਪਾਂ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਛਪ ਕੇ ਆਈਆਂ, ਉਹਦੇ ਉੱਤੇ ਜ਼ਰੂਰ ਟਿੱਪਣੀ ਕਰਨੀ ਬਣਦੀ ਆ ਕਿ ਅਰੁਣ ਨਾਰੰਗ ਜਿਹੜੇ ਕਿ ਅਬੋਹਰ ਦੇ ਭਾਜਪਾ ਦੇ ਵਿਧਾਇਕ ਆ, ਜਿਨ੍ਹਾਂ ਦੇ ਨਾਲ ਮਲੋਟ ਦੇ ਵਿੱਚ ਬਦਸਲੂਕੀ ਹੋਈ ਹੈ, ਮਾੜੀ ਗੱਲ ਹੈ। ਨੰਗਾ ਕਰਕੇ ਲੀੜੇ ਪਾੜ ਕੇ ਕੁੱਟਣਾ ਇਹ ਕੋਈ ਆਪਾਂ ਚੰਗੀ ਗੱਲ ਨਹੀਂ ਕਹਿ ਸਕਦੇਗੇ, ਮਾੜਾ ਹੋਇਆ। ਇੱਦਾਂ ਬਿਲਕੁਲ ਨਹੀਂ ਸੀ ਹੋਣਾ ਚਾਹੀਦਾ। ਅਤੇ ਉਸ ਤੋਂ ਬਾਅਦ ਹੁਣ ਬੀਜੇਪੀ ਦੇ ਵੱਖ-ਵੱਖ ਨੇਤਾਵਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਨੰਗੇ ਧੜ ਪ੍ਰਦਰਸ਼ਨ ਕੀਤਾ ਜਾ ਰਿਹਾ, ਉਹਨਾਂ ਦਾ ਇਹ ਕਹਿਣਾ ਜੀ ਕਿ ਸਾਨੂੰ ਇਨਸਾਫ ਚਾਹੀਦਾ। ਪੰਜਾਬ ਦੇ ਵਿੱਚ ਇਸ ਵਕਤ ਅਰਾਜਕਤਾ ਫੈਲਦੀ ਜਾ ਰਹੀ ਹੈ ਅਤੇ ਕਿਸਾਨਾਂ ਦੇ ਭੇਸ ਦੇ ਵਿੱਚ ਕੁਝ ਕੁ ਗਲਤ ਅਨਸਰ ਆ ਜਿਹੜੇ ਉਹ ਬੀਜੇਪੀ ਦੇ ਆਗੂਆਂ ਦੇ ਉੱਤੇ ਜਾਣਬੁੱਝ ਕੇ ਹਮਲੇ ਕਰ ਰਹੇ ਆ। ਮੈਂ ਮੁੱਢ ਦੇ ਵਿੱਚ ਵੀ ਗੱਲ ਕਹੀ ਵੀ ਇਹ ਸਾਰਾ ਕੁਝ ਮਾੜਾ ਹੋਇਆ, ਇੱਦਾਂ ਨਹੀਂ ਸੀ ਹੋਣਾ ਚਾਹੀਦਾ। ਇੱਦਾਂ ਸਾਡੇ ਸੰਘਰਸ਼ ਨੂੰ ਸੱਟ ਨਾ ਵੱਜੇ, ਇਸ ਗੱਲ ਦੇ ਬਾਬਤ ਮਨ ਦੇ ਵਿੱਚ ਹਰ ਕਿਸੇ ਦੇ ਸਵਾਲ ਪੈਦਾ ਹੁੰਦੇ ਆ। ਪਰ ਕੁਝ ਕੁ ਹੋਰ ਗੱਲਾਂ ਜਗਜੀਤ ਸਿੰਘ ਡੱਲੇਵਾਲ ਜਿਹੜੇ ਕਿ ਕਿਸਾਨ ਨੇਤਾ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮਾੜੀ ਗੱਲ ਆ। ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਅਸੀਂ ਨਿੰਦਿਆ ਕਰਦੇ ਹਾਂ ਇੱਦਾਂ ਦੇ ਹੁੜਦੰਗ ਮਚਾਉਣ ਵਾਲੇ ਲੋਕਾਂ ਨੂੰ। ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਬਹੁਤ ਮਾਣ ਦਾ ਕੰਮ ਕੀਤਾ, ਇੱਦਾਂ ਨਹੀਂ ਸੀ ਕਰਨਾ ਚਾਹੀਦਾ। ਪਰ ਉਹਨਾਂ ਨੇ ਕਿਹਾ ਕਿ ਬੀਜੇਪੀ ਦੇ ਕਈ ਨੇਤਾ ਜਿਹੜੇ ਉਹ ਪੰਜਾਬ ਦੇ ਅਤੇ ਹੋਰ ਵੱਖ-ਵੱਖ ਥਾਵਾਂ ਦੇ ਕਿਸਾਨਾਂ ਨੂੰ ਚੜਾਉਣ ਦਾ ਕੰਮ ਵੀ ਕਰ ਰਹੇ ਆ। ਨਿੱਤ ਕਹਿ ਦਿੰਦੇ ਪੰਜਾਬ ਦੇ ਵਿੱਚ ਵੀ ਕਈ ਨੇਤਾ ਕਿ ਇਹ ਤਾਂ ਕਿਸਾਨ ਹੈ ਹੀ ਨਹੀਂ, ਇਹ ਤਾਂ ਜੀ ਅੰਦੋਲਨਕਾਰੀ ਹੈ ਹੀ ਨਹੀਂ, ਇਹ ਤਾਂ ਜੀ ਫਲਾਣਿਆਂ ਦੇ ਭੇਜੇ ਹੋਏ ਆ, ਇਹ ਤਾਂ ਖਾਲਿਸਤਾਨੀ ਹਨ, ਇਹ ਤਾਂ ਮਾਓਵਾਦੀ ਹਨ, ਇਹ ਤਾਂ ਫਲਾਣੇ ਹਨ, ਇਹ ਤਾਂ ਢੀਂਗੜੇ ਹਨ। ਉਹਨਾਂ ਲੋਕਾਂ ਨੂੰ ਵੀ ਆਪਣੀ ਭਾਸ਼ਾ ਦੇ ਉੱਤੇ, ਆਪਣੀ ਜ਼ੁਬਾਨ ਦੇ ਉੱਤੇ ਕਾਬੂ ਰੱਖਣਾ ਚਾਹੀਦਾ। ਜੇਕਰ ਤੁਸੀਂ ਮਸਲੇ ਦਾ ਹੱਲ ਨਹੀਂ ਕੱਢ ਸਕਦੇ, ਹਾਲਾਂਕਿ ਆਸ ਤੁਹਾਡੇ ਕੋਲੋਂ ਅਸੀਂ ਇਸ ਗੱਲ ਦੀ ਕਰਦੇ ਹਾਂ ਕਿ ਤੁਸੀਂ ਮਸਲੇ ਦਾ ਹੱਲ ਕੱਢੋ, ਪਰ ਜੇਕਰ ਨਹੀਂ ਕੱਢ ਸਕਦੇ ਤਾਂ ਕਿਸਾਨਾਂ ਦੇ ਜ਼ਖਮਾਂ ਦੇ ਉੱਤੇ ਲੂਣ ਭੁੱਕਣ ਦੀ ਕੋਸ਼ਿਸ਼ ਵੀ ਨਾ ਕੀਤੀ ਜਾਵੇ। ਜਦੋਂ ਇੱਥੇ ਸਿੰਘੂ ਬਾਰਡਰ ਦੇ ਉੱਤੇ, ਟਿੱਕਰੀ ਬਾਰਡਰ ਦੇ ਉੱਤੇ ਕੁਝ ਕੁ ਲੋਕ ਆ ਕੇ ਡਲੇ ਮਾਰਦੇ ਹੁੰਦੇ ਸੀ, ਇੱਟਾਂ ਵੱਟੇ ਚਲਾਉਂਦੇ ਹੁੰਦੇ ਸੀ, ਉਦੋਂ ਵੀ ਅਸੀਂ ਨਿੰਦਿਆ ਕਰਦੇ ਸੀ ਵੀ ਜੇਕਰ ਇਹ ਕਿਸੇ ਵੀ ਰਾਜਨੀਤਿਕ ਪਾਰਟੀ ਹੈ ਤੇ ਉਹਨਾਂ ਦੇ ਵੱਲੋਂ ਇਹ ਗੁੰਡਾਗਰਦੀ, ਬਦਮਾਸ਼ੀ ਨਹੀਂ ਕਰਨੀ ਚਾਹੀਦੀ। ਜਿਸ ਤਰੀਕੇ ਦੇ ਨਾਲ ਵੱਖ-ਵੱਖ ਥਾਵਾਂ ਦੇ ਉੱਤੇ ਕਿਸਾਨਾਂ ਦੇ ਉੱਤੇ ਕਈ ਤਰ੍ਹਾਂ ਦੇ ਪਰਚੇ ਝੂਠੇ ਦਰਜ ਕੀਤੇ ਗਏ ਆ, ਅਸੀਂ ਉਦੋਂ ਵੀ ਨਿੰਦਿਆ ਕਰਦੇ ਰਹੇ ਵੀ ਭਾਈ ਇਹ ਵੀ ਮਾੜੀ ਗੱਲ ਹੈ। ਬਹੁਤ ਸਾਰੇ ਨੌਜਵਾਨਾਂ ਦੇ ਸਿਰ ਪਾੜੇ ਗਏ ਆ ਵੱਖ-ਵੱਖ ਥਾਵਾਂ ਦੇ ਉੱਤੇ ਆ ਕੇ, ਇਹ ਵੀ ਬਹੁਤ ਵੱਡੀ ਗਲਤ ਗੱਲ ਸੀਗੀ। ਪਰ ਜਿਸ ਤਰੀਕੇ ਦੇ ਨਾਲ ਹੁਣ ਹੋਇਆ, ਇਹ ਵੀ ਬਹੁਤ ਮਾੜੀ ਗੱਲ ਹੈ। 300 ਦੇ ਕਰੀਬ ਕਿਸਾਨ ਆ ਜਿਹੜੇ ਉਹ ਮੌਤ ਦੀ ਬੁੱਕਲ ਦੇ ਵਿੱਚ ਚਲੇ ਗਏ ਆ, ਸ਼ਹਾਦਤ ਪ੍ਰਾਪਤ ਕਰਕੇ ਸ਼ਹੀਦ ਹੋ ਗਏ ਆ। ਉਹਨਾਂ ਦੀ ਮੌਤ ਦੇ ਉੱਤੇ ਕਿਸੇ ਇੱਕ ਨੇਤਾ ਨੇ ਇਹ ਗੱਲ ਕਹੀ ਹੋਵੇ ਕਿ ਸਾਨੂੰ ਦਿਲੀ ਤੌਰ ਦੇ ਉੱਤੇ ਦੁੱਖ ਹੈ, ਇਹਦੇ ਬਾਬਤ ਵੀ ਜਾਣਕਾਰੀ ਦਿਓ। ਉਦੋਂ ਵੀ ਆਪਾਂ ਨੂੰ ਦੁੱਖ ਹੋਣਾ ਚਾਹੀਦਾ ਸੀ ਜਿਸ ਤਰੀਕੇ ਨਾਲ ਸਾਨੂੰ ਅੱਜ ਦੁੱਖ ਹੈ। ਸਾਨੂੰ ਤਾਂ ਨਿੱਜੀ ਤੌਰ 'ਤੇ ਦੁੱਖ ਹੈਗਾ ਵੀ ਭਾਈ ਇੱਦਾਂ ਨਹੀਂ ਹੋਣਾ ਚਾਹੀਦਾ। ਇੱਕ ਪ੍ਰਦਰਸ਼ਨ ਕਰਨ ਦਾ ਤਰੀਕਾ ਹੁੰਦਾ, ਪ੍ਰਦਰਸ਼ਨ ਕਰਨ ਦੀ ਸੀਮਾ ਹੁੰਦੀ ਆ, ਇੱਦਾਂ ਅਰਾਜਕ ਤੱਤ ਨਹੀਂ ਬਣਨਾ ਚਾਹੀਦਾ। ਪਰ ਜੇਕਰ ਆਪਾਂ ਇਸ ਗੱਲ 'ਤੇ ਦੁੱਖ ਪ੍ਰਗਟ ਕਰਦੇ ਹਾਂ ਤਾਂ ਫਿਰ ਉਸ ਗੱਲ ਦੇ ਉੱਤੇ ਵੀ ਦੁੱਖ ਪ੍ਰਗਟ ਹੋਣਾ ਚਾਹੀਦਾ ਵੀ 300 ਕਿਸਾਨ ਆ ਜਿਹੜੇ ਉਹ ਮੌਤ ਦੀ ਬੁੱਕਲ 'ਚ ਗਏ, ਪਰ ਕਿਸੇ ਨੇ ਇਸ ਮਸਲੇ ਦੇ ਉੱਤੇ ਇੱਕ ਸ਼ਬਦ ਵੀ ਆਪਣੇ ਮੂੰਹ ਦੇ ਵਿੱਚੋਂ ਨਹੀਂ ਕੱਢਿਆ। ਹੁਣ ਆਪਾਂ ਨੂੰ ਇਸ ਗੱਲ ਦਾ ਡਰ ਹੈ ਵੀ ਆਉਂਦੇ ਸਮੇਂ ਦੇ ਵਿੱਚ ਕਿਸਾਨਾਂ ਦੇ ਉੱਤੇ ਝੂਠੇ ਪਰਚੇ ਨਾ ਦਰਜ ਹੋਣ। ਡਰ ਹੋਣਾ ਕੁਦਰਤੀ ਵੀ ਹੈ, ਪਰ 7 ਕਿਸਾਨ ਆਗੂਆਂ ਦੇ ਉੱਤੇ ਪਰਚੇ ਦਰਜ ਕੀਤੇ ਆ ਪੁਲਿਸ ਨੇ, ਅਤੇ 300 ਦੇ ਕਰੀਬ ਅਣਪਛਾਤਿਆਂ ਦੇ ਉੱਤੇ ਧਾਰਾ 307 ਤੇ ਕਈ ਹੋਰ ਧਾਰਾਵਾਂ ਲਾ ਕੇ ਪਰਚੇ ਦਰਜ ਕੀਤੇ ਗਏ ਆ। ਹੁਣ ਕਿਸਾਨ ਸੰਘਰਸ਼ ਆਉਂਦੇ ਸਮੇਂ ਦੇ ਵਿੱਚ ਮੋੜ ਕੀ ਕੱਟੂਗਾ, ਇਹਦੇ ਬਾਬਤ ਬਹੁਤ ਸਾਰੇ ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸਵਾਲ ਹੈਗੇ ਆ। ਕੋਈ ਇਹ ਗੱਲ ਕਹਿੰਦਾ ਜੀ ਕਿ ਹੁਣ ਤਾਂ ਨਿਰਾਸ਼ਾ ਪਸਰ ਗਈ ਹੈ, ਕੋਈ ਇਹ ਗੱਲ ਕਹਿੰਦਾ ਜੀ ਕਿ ਇਹ ਤਾਂ ਕਿਸਾਨ ਆਗੂ ਵਿਕ ਗਏ ਹਨ, ਕੋਈ ਇਹ ਗੱਲ ਕਹਿੰਦਾ ਜੀ ਗੱਦਾਰ ਹਨ। ਬੇਨਤੀ ਮੈਂ ਪਹਿਲਾਂ ਵੀ ਕਈ ਵਾਰ ਕੀਤੀ ਆ, ਅੱਜ ਵੀ ਇਹ ਕਰਦੇ ਹਾਂ ਕਿ ਆਪਾਂ ਨੂੰ ਕਿਸੇ ਦੀ ਮੰਨ ਵੀ ਲੈਣੀ ਚਾਹੀਦੀ ਹੈ। ਇਹ ਜਿਹੜੀਆਂ ਵਿਦਵਤਾ ਦੀਆਂ ਗੱਲਾਂ, ਜੇ ਤਾਂ ਆਪਣੇ ਕੋਲ ਕੋਈ ਸਬੂਤ ਹੈਗਾ ਤਾਂ ਜ਼ਰੂਰ ਪੇਸ਼ ਕਰਨਾ ਚਾਹੀਦਾ, ਅਤੇ ਜੇਕਰ ਨਹੀਂ ਹੈਗਾ ਤਾਂ ਜਿੰਨੀ ਦੇਰ ਤੱਕ ਸਬੂਤ ਨਹੀਂ ਹੈਗਾ ਉਨੀ ਦੇਰ ਤੱਕ ਮਿਹਨਤ ਕਰਕੇ ਲੱਭ ਕੇ ਫੇਰ ਗੱਲ ਕਰਨੀ ਚਾਹੀਦੀ ਹੈ। ਕਾਹਲੀ ਦੇ ਵਿੱਚ ਆਪਾਂ ਕਿਸੇ ਨੂੰ ਕੋਈ ਵੀ ਸਰਟੀਫਿਕੇਟ ਦੇ ਦਿੰਦੇ ਹਾਂ, ਇਹ ਵੀ ਮਾੜੀ ਗੱਲ ਹੈ। ਕਿਸਾਨ ਸੰਘਰਸ਼ ਨੂੰ ਢਾਹ ਸਰਕਾਰਾਂ ਨੇ ਜਾਂ IT ਸੈੱਲ ਨੇ ਜਾਂ ਹੋਰ ਵੱਖ-ਵੱਖ ਏਜੰਸੀਆਂ ਨੇ ਤਾਂ ਲਾਈ ਆ, ਪਰ ਸਾਡੇ ਆਪਣਿਆਂ ਨੇ ਵੀ ਲਾਈ ਆ ਜਿਹੜੇ ਕਿ ਬਿਨਾਂ ਗੱਲੋਂ ਕਿਸੇ ਬਾਰੇ ਕੁਝ ਵੀ ਕਹਿ ਦਿੰਦੇ ਆ। ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਇਸ ਗੱਲ ਦੇ ਬਾਬਤ ਸੋਚਣਾ ਚਾਹੀਦਾ। ਉਹਨਾਂ ਨੇ ਅੱਜ ਮਨ ਕੀ ਬਾਤ ਦੇ ਵਿੱਚ ਕਹਿਤਾ, ਕਹਿੰਦੇ ਜੀ ਇਹ ਕਿਸਾਨ ਜਿਹੜੇ ਆ ਇਹ ਕਿਸਾਨੀ ਨੂੰ ਲਾਹੇਵੰਦੀ ਬਣਾਉਣ ਦੇ ਲਈ, ਆਮਦਨ ਦੁੱਗਣੀ ਕਰਨ ਦੇ ਲਈ ਇਹ ਕਾਨੂੰਨ ਪਹਿਲਾਂ ਹੀ ਬਣ ਜਾਣੇ ਚਾਹੀਦੇ ਸੀ ਅਤੇ ਛੇਤੀ ਲਾਗੂ ਕਰਨ ਦੀ ਲੋੜ ਆ ਤਾਂ ਜੋ ਆਮਦਨ ਦੁੱਗਣੀ ਹੋਵੇ। ਹੁਣ ਮੈਨੂੰ ਹੈਰਾਨੀ ਇਸ ਗੱਲ ਦੀ ਹੈ ਵੀ ਸਾਡੀਆਂ ਸਰਕਾਰਾਂ ਇੰਨੀਆਂ ਲੋਕ ਪੱਖੀ ਕਦੋਂ ਤੋਂ ਹੋ ਗਈਆਂ ਜਿਹੜੀਆਂ ਕਹਿੰਦੀਆਂ ਹੁਣ ਵੀ ਭਾਈ ਫਲਾਣੇ ਦੀ ਆਮਦਨ ਦੁੱਗਣੀ ਹੋ ਜੇ। ਇੱਥੇ ਤਾਂ ਜਿਹਦੇ ਕੋਲੇ 4 ਪੈਸੇ ਹੋਣ ਟੈਕਸ ਦੇ ਰੂਪ ਦੇ ਵਿੱਚ ਉਹ ਖੋਹ ਲੈਂਦੇ ਆ। ਟੈਕਸ ਦੇਣਾ ਵੀ ਮਾੜੀ ਗੱਲ ਨਹੀਂ, ਪਰ ਟੈਕਸ ਦੇ ਬਦਲੇ ਦੇ ਵਿੱਚ ਕੀ ਮਿਲਦਾ, ਫਿਰ ਗੱਲ ਤਾਂ ਇਹ ਸੋਚਣੀ ਪੈਂਦੀ ਹੈ। ਸੋ ਉਸ ਤੋਂ ਅਗਲੀ ਗੱਲ ਇਹ ਹੈ ਵੀ ਪ੍ਰਧਾਨ ਮੰਤਰੀ ਸਾਹਿਬ ਇੱਥੇ ਇਹ ਗੱਲ ਕਹਿ ਰਹੇ ਆ, ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਮੇਰੇ ਅਤੇ ਕਿਸਾਨਾਂ ਦਰਮਿਆਨ ਸਿਰਫ ਇੱਕ ਫੋਨ ਕਾਲ ਦੀ ਦੂਰੀ ਹੈ। ਅੱਜ ਤੱਕ ਇਹ ਫੋਨ ਕਾਲ ਦੀ ਦੂਰੀ ਨਹੀਂ ਹੋਈ। ਕੱਲ੍ਹ ਤੋਮਰ ਸਾਹਿਬ ਨੇ ਇੱਕ ਬਿਆਨ ਦਿੱਤਾ, ਕਹਿੰਦੇ ਜੀ ਅਸਲ ਦੇ ਵਿੱਚ ਇਹ ਕਿਸਾਨਾਂ ਨੂੰ ਆਪਣਾ ਅੜੀਅਲ ਰਵੱਈਆ ਛੱਡਣਾ ਚਾਹੀਦਾ, ਉਹਨਾਂ ਨੂੰ ਇਹ ਜਿਹੜਾ ਜਮੂਦ ਬਣਿਆ ਹੋਇਆ, ਜਿਹੜੀ ਖੜੋਤਾਈ ਹੋਈ ਹੈ, ਇਹ ਤੋੜ ਦੇਣੀ ਚਾਹੀਦੀ ਹੈ। ਗੱਲਬਾਤ ਦੇ ਨਾਲ ਮਸਲਾ ਹੱਲ ਹੁੰਦਾ। ਅਤੇ ਭਾਈ ਸਾਹਿਬ ਗੱਲ ਤਾਂ ਇਹ ਹੈ ਕਿ ਕਿਸਾਨ ਤਾਂ ਚਾਹੁੰਦੇ ਆ ਕਿ ਮਸਲਾ ਹੱਲ ਹੋਵੇ, ਕਿਸਾਨ ਤਾਂ ਇਹ ਚਾਹੁੰਦੇ ਕਿ ਕੱਲ੍ਹ ਨੂੰ ਮੀਟਿੰਗ ਹੋਵੇ, ਪਰ ਮੀਟਿੰਗ ਵੀ ਤੁਸੀਂ ਨਹੀਂ ਕਰਦੇ।
ਤੇ ਉਲਾਂਭੇ ਵੀ ਤੁਸੀਂ ਦਿੰਦੇ ਆ ਤੇ ਮਾੜੇ ਵੀ ਕਿਸਾਨਾਂ ਨੂੰ ਕਹਿੰਦੇ ਆ ਵੀ ਇਹ ਬਹੁਤ ਮਾੜੀ ਗੱਲ ਆ। ਇਹ ਵੈਸੇ ਪੱਛਮੀ ਬੰਗਾਲ ਦੇ ਵਿੱਚ ਬਾਕੀ 4 ਸੂਬਿਆਂ 'ਚ ਕੀ ਬਣਨਾ ਕੁਝ ਕਹਿ ਨਹੀਂ ਸਕਦੇ, ਪਰ ਜਿਸ ਤਰੀਕੇ ਦੇ ਨਾਲ ਮੋਦੀ ਸਾਹਿਬ ਆ ਜਿਹੜੇ ਉਹ ਗਏ ਬੰਗਲਾਦੇਸ਼ ਦੇ ਵੱਲ, ਬੰਗਲਾਦੇਸ਼ ਦੇ ਵਿੱਚ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਉਹਨਾਂ ਦਾ ਵਿਰੋਧ ਕੀਤਾ। ਖਬਰਾਂ ਇਹ ਆ ਰਹੀਆਂ ਵੀ ਉੱਥੋਂ ਦੀ ਪੁਲਿਸ ਦੇ ਵੱਲੋਂ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਤੇ ਰਬੜ ਦੀਆਂ ਗੋਲੀਆਂ ਚਲਾਈਆਂ ਗਈਆਂ। ਕਈ ਲੋਕ ਉੱਥੇ ਜ਼ਖਮੀ ਹੋਏ ਆ, ਉਹਨਾਂ ਦੇ ਵਿੱਚੋਂ 4 ਲੋਕਾਂ ਦੇ ਹੁਣ ਤੱਕ ਮਰਨ ਦੀ ਖਬਰ ਆਈ ਆ। ਇਹ ਵੀ ਮੇਰਾ ਖਿਆਲ ਆ ਵੀ ਪਹਿਲੀ ਵਾਰੀ ਕਿਤੇ ਦੇਖਣ ਸੁਣਨ ਨੂੰ ਮਿਲਿਆ ਵੀ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਕਿਸੇ ਹੋਰ ਦੇਸ਼ ਦੇ ਵਿੱਚ ਜਾਵੇ ਤੇ ਉੱਥੇ ਇੰਨਾ ਵਿਰੋਧ ਹੋ ਜੇ ਵੀ ਲੋਕ ਪੋਸਟਰ ਚੱਕ ਕੇ ਫਿਰਦੇ ਹੋਣ ਕਿ ਮੋਦੀ ਗੋ ਬੈਕ। ਇਹ ਆਪਣੇ ਆਪ ਦੇ ਵਿੱਚ ਦੱਸਣ ਲਈ ਕਾਫੀ ਹੈ ਕਿ ਬਾਕੀ ਦੇਸ਼ਾਂ ਦੇ ਵਿੱਚ ਵੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਪ੍ਰਤੀ ਕੀ ਰਾਏ ਬਣਦੀ ਜਾ ਰਹੀ ਹੈ। ਸੋ ਮਸਲੇ ਜਿਹੜੇ ਉਹ ਮਿਲ ਬੈਠ ਕੇ ਹੱਲ ਹੁੰਦੇ ਆ ਤੇ ਮਿਲ ਬੈਠਣ ਦੇ ਲਈ ਤੁਹਾਨੂੰ ਆਪਣਾ ਮਨ ਬਣਾਉਣਾ ਚਾਹੀਦਾ, ਜਿਹੜਾ ਕਿ ਹਾਲੇ ਤੱਕ ਨਹੀਂ ਬਣਾਇਆ ਗਿਆ। ਸੋ ਗੱਲ ਫਿਰ ਉੱਥੇ ਆ ਕੇ ਮੁੱਕਦੀ ਹੈ। ਮੈਂ ਸੰਖੇਪ ਦੇ ਵਿੱਚ ਕਹਾਂ ਕਿ ਕਿਸਾਨਾਂ ਦੇ ਵੱਲੋਂ ਜੋ ਕੀਤਾ ਜਾ ਰਿਹਾ ਉਹਨੂੰ ਅਸੀਂ ਇਹ ਨਹੀਂ ਗੱਲ ਕਹਿੰਦੇ ਵੀ ਤੁਸੀਂ ਬਹੁਤ ਚੰਗਾ ਕਰਤਾ, ਇਹ ਗੱਲ ਇਦਾਂ ਹੀ ਹੋਣੀ ਚਾਹੀਦੀ ਸੀ। ਪਰ ਬੇਨਤੀ ਇਹ ਆ, ਇਹ ਕਿਉਂ ਕੀਤਾ ਗਿਆ, ਕਿਹੜੇ ਕਾਰਨਾਂ ਕਰਕੇ ਕੀਤਾ ਗਿਆ, ਇਹਦੇ ਵੱਲ ਜ਼ਰੂਰ ਖਿਆਲ ਕਰਨਾ ਚਾਹੀਦਾ। ਫਿਰ ਮੈਂ ਇਹ ਗੱਲ ਕਹਿਣਾ ਕਿ ਅੰਦੋਲਨ ਸ਼ਾਂਤਮਈ ਹੋਣਾ ਚਾਹੀਦਾ, ਇਹਦੇ ਵਿੱਚ ਹਿੰਸਕ ਵਰਤਾਰਾ ਬਿਲਕੁਲ ਨਹੀਂ ਹੋਣਾ ਚਾਹੀਦਾ। ਪਰ ਇਹ ਸਾਰਾ ਕੁਝ ਕਿਉਂ ਹੋ ਰਿਹਾ, ਕਿਹੜੇ ਕਾਰਨ ਕਰਕੇ ਹੋਇਆ, ਉਹ ਕਿਉਂ ਭੜਕੇ ਹੋਏ ਆ, ਬੀਜੇਪੀ ਦੇ ਕਿਹੜੇ ਨੇਤਾਵਾਂ ਨੇ ਅੱਜ ਤੱਕ ਕੀ ਗੱਲ ਕਹੀ ਆ, ਇਹਦੇ ਵੱਲ ਵੀ ਖਿਆਲ ਕਰਨਾ ਚਾਹੀਦਾ। ਪੁਲਿਸ ਨੂੰ ਚਾਹੀਦਾ ਜੀ ਕਿ ਉਹ ਸਹੀ ਤਰੀਕੇ ਦੇ ਨਾਲ ਇਨਸਾਫ ਵੀ ਦੇਵੇ ਸਭਨਾਂ ਨੂੰ, ਭਾਵੇਂ ਜੇਕਰ ਕੋਈ ਕਸੂਰਵਾਰ ਆ ਉਹਦੇ ਖਿਲਾਫ ਕਾਰਵਾਈ ਵੀ ਹੋਵੇ, ਜਿਹੜਾ ਬੇਕਸੂਰ ਆ ਉਹਦੇ ਖਿਲਾਫ ਬਿਲਕੁਲ ਨਾ ਹੋਵੇ। ਪਰ ਅਸੀਂ ਭਵਿੱਖ ਦੇ ਵਿੱਚ ਇਦਾਂ ਦਾ ਨਾ ਤਰੀਕਾ ਅਪਣਾਈਏ, ਅਸੀਂ ਮਾੜਾ ਕੰਮ ਇਦਾਂ ਦਾ ਕਰਕੇ ਤੇ ਬਾਅਦ ਦੇ ਵਿੱਚ ਇਹ ਗੱਲ ਅਸੀਂ ਉਮੀਦ ਨਹੀਂ ਕਰ ਸਕਦੇਗੇ ਕਿ ਇਹ ਸਾਡੀ ਸਰਕਾਰ ਆ ਜਿਹੜੀ ਜਾਂ ਕਿਸੇ ਵੀ ਹੋਰ ਪਾਰਟੀ ਦੀ ਜਿਹੜੀ ਆ ਉਹ ਗੱਲ ਉਹ ਸਾਡੇ ਹਿੱਤ ਦੇ ਵਿੱਚ ਜਾਊਗੀ। ਪਰ ਬੀਜੇਪੀ ਦੇ ਨੇਤਾਵਾਂ ਨੂੰ ਬੇਨਤੀ ਹੈ ਵੀ ਜੇਕਰ ਤੁਸੀਂ ਮਸਲੇ ਦਾ ਹੱਲ ਨਹੀਂ ਕਰ ਸਕਦੇ ਤਾਂ ਤੁਸੀਂ ਇਦਾਂ ਦੀਆਂ ਗੱਲਾਂ ਵੀ ਨਾ ਕਰੋ ਜਿਹਦੇ ਕਰਕੇ ਮਾਹੌਲ ਗਰਮ ਹੁੰਦਾ। ਮੈਂ ਜਦੋਂ ਵੀ ਹਰਜੀਤ ਗਰੇਵਾਲ ਹੋਰਾਂ ਦਾ ਬਿਆਨ ਸੁਣਦਾ, ਜਦੋਂ ਵੀ ਸੁਰਜੀਤ ਕੁਮਾਰ ਜਿਆਣੀ ਹੋਰਾਂ ਦਾ ਬਿਆਨ ਸੁਣਦਾ, ਜਦੋਂ ਵੀ ਪੰਜਾਬ ਦੇ ਹੋਰ ਬੀਜੇਪੀ ਦੇ ਨੇਤਾਵਾਂ ਦੀ ਗੱਲ ਸੁਣਦੇ ਆ, ਉਹਨਾਂ ਦੇ ਵੱਲੋਂ ਇਹੋ ਜਿਹੀਆਂ ਗੱਲਾਂ ਕਹੀਆਂ ਜਾਂਦੀਆਂ ਜਿਹੜੀਆਂ ਕਿ ਚੁਭਦੀਆਂ। ਉਹ ਆਪ ਕਹਿੰਦੇ ਵੀ ਅਸੀਂ ਪੰਜਾਬ ਦੇ ਕਿਸਾਨ ਆ, ਅਸੀਂ ਵੀ ਖੇਤੀਬਾੜੀ ਕਰਦੇ ਹਾਂ ਜਾਂ ਕਰਦੇ ਸਾਂ, ਪਰ ਇਸ ਦੇ ਬਾਵਜੂਦ ਉਹਨਾਂ ਨੂੰ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਜਿਹੜਾ ਬੈਠਾ ਹੋਇਆ ਵੱਖ-ਵੱਖ ਥਾਵਾਂ ਦੇ ਉੱਤੇ, ਉਹ ਉਹਨਾਂ ਨੂੰ ਜਾਪਦਾ ਜੀ ਕਿ ਇਹ ਤਾਂ ਮਾਓਵਾਦੀ ਆ, ਇਹ ਤਾਂ ਨਕਸਲਵਾਦੀ ਆ, ਇਹ ਤਾਂ ਬਿਠਾਏ ਗਏ ਆ। ਕੋਈ ਕਿਸੇ ਦੇ ਕਹੇ ਦੇ ਉੱਤੇ 2 ਦਿਨ ਕੱਢ ਲੂ, 4 ਦਿਨ ਕੱਢ ਲੂ, ਪਰ 4 ਮਹੀਨੇ ਤੋਂ ਉੱਤੇ ਦਾ ਸਮਾਂ ਕੋਈ ਨਹੀਂ ਕੱਢਦਾ। ਇਹ ਗੱਲ ਕਿਵੇਂ ਸੰਭਵ ਹੋ ਸਕਦੀ ਹੈ? ਇਹ ਕਹਿੰਦੇ ਜੀ ਕਿ ਇਹ ਤਾਂ ਇੱਥੇ ਪਿਕਨਿਕ ਤੇ ਆਏ ਹੋਏ ਆ, ਇਹ ਤਾਂ ਜੀ ਇੱਦਾਂ ਆਏ ਹੋਏ ਆ, ਜਿਹੜੇ ਅਸੀਂ ਲੋਕ ਆ ਅਸੀਂ ਤਾਂ ਘਰ ਦੇ ਵਿੱਚ ਗੱਦੇ ਤੇ ਸੌਣ ਲੱਗੇ 100 ਨਖਰੇ ਕਰਦੇ ਆ, ਪਰ ਉਹ ਟਰਾਲੀ ਦੇ ਵਿੱਚ 15-15 ਜਾਣੇ ਸੌਂਦੇ ਆ। ਅਸੀਂ ਘਰ ਦੇ ਵਿੱਚੋਂ 2 ਘੰਟੇ ਬਾਹਰ ਜਾਣਾ ਹੋਵੇ, ਅਸੀਂ ਇਹ ਗੱਲ ਕਹਿ ਕੇ ਜਾਂਦੇ ਗੁਆਂਢੀਆਂ ਨੂੰ ਕਿ ਜੇਕਰ ਅਸੀਂ ਲਾਈਟ ਸਾਡੀ ਜਗਾ ਦਿਓ, ਜੇਕਰ ਅਸੀਂ ਲੇਟ ਹੋ ਗਏ ਤਾਂ ਕੋਈ ਚੋਰੀ ਚਾਰੀ ਨਾ ਹੋ ਜਾਏ। ਤੇ ਇੱਥੇ ਕਿਸਾਨ 4 ਮਹੀਨੇ ਤੋਂ ਘਰੋਂ ਦੂਰ ਬੈਠੇ ਆ। ਸੋ ਇਹ ਉਹ ਸਾਰੀਆਂ ਗੱਲਾਂ ਉਹ ਆਪ ਵੀ ਛਕਦੇ ਆ ਪ੍ਰਸ਼ਾਦਾ ਤੇ ਲੋਕਾਂ ਨੂੰ ਵੀ ਛਕਾਉਂਦੇ ਆ। ਸੋ ਇਸ ਕਰਕੇ ਕਿਸੇ ਵੀ ਦੇਸ਼ ਦੇ ਵਿੱਚ ਇੱਦਾਂ ਦੀਆਂ ਸਰਕਾਰਾਂ ਨਹੀਂ ਹੁੰਦੀਆਂ ਜਿਹੜੀਆਂ ਕਿ ਬੈਠਿਆਂ ਨੂੰ ਤਪਾਉਣ ਦਾ ਕੰਮ ਕਰਨ। ਉਹ ਤਾਂ ਗੱਲ ਪਹਿਲਾਂ ਲੋਕ ਮੂੰਹ ਦੇ ਵਿੱਚੋਂ ਕੱਢਦੇ ਆ, ਮੰਨਣ ਲਈ ਤਿਆਰ ਹੁੰਦੀਆਂ। ਬਾਹਰਲੇ ਦੇਸ਼ਾਂ ਦੇ ਵਿੱਚ ਕਾਨੂੰਨ ਬਣਾਉਣ ਤੋਂ ਪਹਿਲਾਂ ਲੋਕਾਂ ਦੀ ਰਾਏ ਲਈ ਜਾਂਦੀ ਆ। ਸਾਡੇ ਦੇਸ਼ ਦੇ ਵਿੱਚ ਬਣਾ ਕੇ ਵੀ ਰਾਏ ਨਹੀਂ ਲਈ ਜਾਂਦੀ, ਤੇ ਜੇਕਰ ਕੋਈ ਰਾਏ ਦੇਵੇ ਤੇ ਉਹਨੂੰ ਅਸੀਂ 100 ਤਰ੍ਹਾਂ ਦੇ ਜਿਹੜੇ ਆ ਉਹ ਸਰਟੀਫਿਕੇਟ ਵੰਡ ਦਿੰਦੇ ਆ। ਇਹ ਦੇਸ਼ ਧਰੋਹੀ ਹਨ, ਇਹ ਗੱਦਾਰ ਹਨ, ਇਹ ਫੰਡੀਆਂ ਵਾਲੇ ਹਨ, ਇਹ ਫਲਾਣੇ ਹਨ, ਇਹ ਢਿੰਗੜੇ ਹਨ। ਇੱਦਾਂ ਦਾ ਵਰਤਾਰਾ ਖਤਮ ਹੋਣਾ ਚਾਹੀਦਾ। ਸੋ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਚੱਲੇ, ਹਿੰਸਕ ਕੋਈ ਬਿਲਕੁਲ ਨਾ ਹੋਵੇ ਤੇ ਸਰਕਾਰ ਸਾਡੀਆਂ ਮੰਗਾਂ ਮੰਨੇ ਤੇ ਕਿਸਾਨ ਆਪਣੇ ਘਰਾਂ ਨੂੰ ਵਾਪਸ ਪਰਤ ਕੇ ਆਉਣ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝੀ ਕਰਿਓ। ਮਿਹਰਬਾਨੀ।